ਜਿਹੜੀਆਂ ਕੌਮਾਂ ਆਪਣੀ ਅਣਖ ਨੂੰ ਕਾਇਮ ਰੱਖਣ ਲਈ ਅਤੇ ਆਜ਼ਾਦ ਹਾਸੀ ਲਈ ਜੂਝਦੀਆਂ ਨੇ, ਤਾਂ ਹਕੂਮਤਾਂ ਉਸ ਕੌਮ ਦੀਆਂ ਬੁਲੰਦ ਆਵਾਜ਼ਾਂ, ਧਾਰਮਿਕ ਅਸਥਾਨਾਂ ਅਤੇ ਇਤਿਹਾਸ ਨੂੰ ਮਿਟਾਉਣ ਲਈ ਕਈ ਤਰ੍ਹਾਂ ਦੇ ਮਾਰੂ ਹਥਿਆਰਾਂ ਦੀ ਵਰਤੋਂ ਕਰਦੀਆਂ ਨੇ। ਸਿੱਖ ਰੈਫਰੈਂਸ ਲਾਇਬ੍ਰੇਰੀ ਦਰਬਾਰ ਸਾਹਿਬ ਦੀ ਹਦੂਦ ਅੰਦਰ ਮੌਜੂਦ ਹੈ। ਇਸ ਲਾਇਬ੍ਰੇਰੀ ਵਿੱਚ ਗੁਰੂ ਕਾਲ ਤੋਂ ਲੈ ਕੇ ਅੱਜ ਤੱਕ ਦਾ ਸਿੱਖ ਕੌਮ ਦਾ ਇਤਿਹਾਸ ਮੌਜੂਦ ਸੀ। ਹਰਦੀਪ ਸਿੰਘ ਦੀ ਡਿਊਟੀ ਇਸ ਲਾਇਬ੍ਰੇਰੀ ਵਿੱਚ ਲੱਗੀ ਹੋਈ ਸੀ ਜਦੋਂ ਫੌਜ ਨੇ ਦਰਬਾਰ ਸਾਹਿਬ ਉੱਤੇ ਹਮਲਾ ਕੀਤਾ। ਉੱਥੇ ਪਿਆ ਸਿੱਖ ਕੌਮ ਦਾ ਦੁਰਲਭ ਅਤੇ ਵੱਡਮੁੱਲਾ ਇਤਿਹਾਸ ਕਿੱਥੇ ਗਿਆ, ਇਸ ਦਾ ਬਹੁਤਾ ਢੁਕਵਾਂ ਜਵਾਬ ਕਿਸੇ ਕੋਲ ਸ਼ਾਇਦ ਨਹੀਂ ਹੋਣਾ, ਪਰ ਹਰਦੀਪ ਸਿੰਘ ਕੋਲ ਹੈ। ਜਦੋਂ ਭਾਰਤੀ ਫੌਜ ਨੇ ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਕੀਤਾ, ਮੈਂ ਉਸ ਵੇਲੇ ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚ ਮੌਜੂਦ ਸਾਂ, ਕਿਉਂਕਿ ਜਿਹੜੀ ਮੇਰੀ ਡਿਊਟੀ ਹੈ ਉਹ 1980 ਤੋਂ ਹੀ ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚ ਸੀ। ਤੇ ਅਸੀਂ ਪ੍ਰਸ਼ਾਦਾ ਛਕ ਕੇ ਹਟੇ ਸਾਂ ਤੇ 1:30 ਵਜੇ ਦੇ ਕਰੀਬ ਫੌਜ ਨੇ ਬਿਨਾਂ ਕਿਸੇ ਕਾਰਨ ਦੇ, ਬਿਨਾਂ ਕਿਸੇ ਭੜਕਾਹਟ ਤੇ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ। ਇਹ ਜਿਹੜੀ ਗੋਲੀ ਸੀ 7 ਵਜੇ ਤੱਕ ਚੱਲਦੀ ਰਹੀ। ਇਸ ਗੋਲਾਬਾਰੀ ਵਿੱਚ 8 ਸਿੰਘ ਸ਼ਹੀਦ ਹੋਏ ਨੇ, 1 ਸ਼੍ਰੋਮਣੀ ਕਮੇਟੀ ਦਾ ਸਿੰਘ, 9 ਸਿੰਘ ਸ਼ਹੀਦ ਹੋਏ ਨੇ। ਤੇ ਫੌਜ ਵੱਲੋਂ ਦਰਬਾਰ ਸਾਹਿਬ ਦੇ ਪਵਿੱਤਰ ਮੱਥੇ ਉੱਤੇ 34 ਗੋਲੀਆਂ ਮਾਰੀਆਂ। 34 ਗੋਲੀਆਂ ਦੇ ਨਿਸ਼ਾਨ ਸੀ ਜਿਹੜੇ ਉਹ ਗਿਣੇ ਗਏ। ਇਹ ਇੱਕ ਕਹਿਰੀ ਹੱਲਾ ਸੀ ਆਜ਼ਾਦ ਹਿੰਦੁਸਤਾਨ ਵਿੱਚ, ਆਪਣੇ ਹੀ ਲੋਕਾਂ ਦੀ ਚੁਣੀ ਹੋਈ ਸਰਕਾਰ ਵੱਲੋਂ ਆਪਣੇ ਹੀ ਦੇਸ਼ ਦੇ ਨਾਗਰਿਕਾਂ ਉੱਤੇ ਇਹ ਜਿਹੜੀ ਗੋਲੀ ਚਲਾਈ ਸੀ। ਇਹ ਆਰਮੀ ਨੇ ਮਤਲਬ 1 ਜੂਨ 1984 ਨੂੰ ਠੀਕ 1 ਵਜੇ ਦੇ ਲਗਭਗ ਗੋਲੀ ਚਲਾਈ ਸੀ। ਜਦੋਂ ਇੰਦਰਾ ਗਾਂਧੀ 1980 ਵਿੱਚ ਦੁਬਾਰਾ ਸੱਤਾ ਵਿੱਚ ਆਈ ਤਾਂ ਉਸ ਦੀ ਮਾਨਸਿਕ ਤੇ ਰੂਹਾਨੀ ਦਸ਼ਾ ਕੋਈ ਬਹੁਤੀ ਅੱਛੀ ਨਹੀਂ ਸੀ ਰਹੀ। ਭਾਰਤ ਨੂੰ ਤਾਕਤ ਨੂੰ ਜੱਫਾ ਮਾਰਨਾ ਤੇ ਉਸ ਨੂੰ ਚੰਬੜੇ ਰਹਿਣ ਦੀ ਉਸ ਦੀ ਤੀਬਰ ਇੱਛਾ ਸੀ। ਉਸ ਨੇ ਸੁਹਿਰਦ ਸਲਾਹਕਾਰਾਂ ਨੂੰ ਲਾਂਭੇ ਕਰਕੇ ਆਪਣੇ ਨਿੱਜੀ ਵਫਾਦਾਰਾਂ ਤੇ ਝੋਲੀ ਚੁੱਕਾਂ ਨੂੰ ਪਾਰਟੀ ਤੇ ਰਾਜ ਅੰਦਰ ਉੱਚੇ ਅਹੁਦਿਆਂ ਤੇ ਨਾਮਜ਼ਦ ਕਰਨ ਦਾ ਜਗੀਰੂ ਦਸਤੂਰ ਅਪਣਾ ਲਿਆ ਸੀ। ਇਸ ਤਰ੍ਹਾਂ ਦੇ ਅਮਲਾਂ ਵਿੱਚੋਂ ਅਗਾਂਹ ਆਏ ਵਿਅਕਤੀਆਂ ਨੇ ਬਾਅਦ ਵਿੱਚ ਅੱਗੇ ਜਾ ਕੇ ਜੂਨ 1984 ਵਿੱਚ ਦਰਬਾਰ ਸਾਹਿਬ ਉੱਤੇ ਫੌਜੀ ਹਮਲੇ ਦੀ ਕਾਰਵਾਈ ਵਿੱਚ ਨਿਰਣਾਇਕ ਭੂਮਿਕਾ ਅਦਾ ਕੀਤੀ, ਜਿਸ ਸਬੰਧ ਵਿੱਚ ਰਾਜੀਵ ਗਾਂਧੀ, ਅਰੁਣ ਨਹਿਰੂ, ਅਰੁਣ ਸਿੰਘ, KP ਸਿੰਘ ਦਿਓ, ਦਿਗਵਿਜੇ ਸਿੰਘ, PC ਅਲੈਗਜ਼ੈਂਡਰਾ ਆਦਿ ਦੇ ਨਾਂ ਖਾਸ ਤੌਰ ਤੇ ਜ਼ਿਕਰਯੋਗ ਨੇ। ਇਹਨਾਂ ਅਨਸਰਾਂ ਦਾ ਇੱਕ ਮਾਤਰ ਸਰੋਕਾਰ ਸੀ ਰਾਜਸੀ ਸੱਤਾ ਹਾਸਲ ਕਰਨਾ। ਜਦੋਂ ਭਾਰਤੀ ਫੌਜ ਨੇ ਸ਼੍ਰੀ ਦਰਬਾਰ ਸਾਹਿਬ ਤੇ 1 ਜੂਨ ਨੂੰ ਅਟੈਕ ਕੀਤਾ ਤਾਂ ਉਸ ਵੇਲੇ ਮੇਰੀ ਡਿਊਟੀ ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚ ਸੀ। ਜਦੋਂ 1 ਵਜੇ ਗੋਲੀ ਚੱਲਣੀ ਸ਼ੁਰੂ ਹੋਈ, ਉਦੋਂ ਮੈਂ ਦਵਿੰਦਰ ਸਿੰਘ ਦੁੱਗਲ ਅਤੇ ਉਹਨਾਂ ਦੇ ਮਿਸੇਜ ਸਾਹਿਬ ਬਲਵੀਰ ਸਿੰਘ, ਸਰਦਾਰ ਬਲਵਿੰਦਰ ਸਿੰਘ, ਅਸੀਂ ਇਕੱਠੇ ਸਾਂ। ਜਦੋਂ ਯਕਦਮ ਗੋਲੀ ਚੱਲਣੀ ਸ਼ੁਰੂ ਹੋ ਗਈ, ਅਸੀਂ ਆਪਣੀਆਂ ਕੁਰਸੀਆਂ ਤੋਂ ਥੱਲੇ ਨੀਚੇ ਗਰਾਊਂਡ ਤੇ ਕੁਰਸੀਆਂ ਦੇ ਓਲੇ ਜਿਹੜੀਆਂ ਅਲਮਾਰੀਆਂ ਸਨ ਸਟੀਲ ਦੀਆਂ, ਉਹਨਾਂ ਦੇ ਓਲੇ ਬੈਠ ਗਏ। ਇਹ ਗੋਲੀ ਇੰਨੀ ਜ਼ਬਰਦਸਤ ਸੀ ਕਿ ਇਹਦੇ ਨਾਲ 9 ਸਿੰਘ ਸ਼ਹੀਦ ਹੋਏ, 8 ਸਿੰਘ ਸ਼ਰਧਾਲੂ, 1 ਸ਼੍ਰੋਮਣੀ ਕਮੇਟੀ ਦਾ ਇੰਸਪੈਕਟਰ ਵੀ ਸ਼ਹੀਦ ਹੋਇਆ ਸੀ ਉਸ ਦਿਨ। ਤੇ ਗੋਲੀ ਚੱਲਣ ਨਾਲ ਇੰਨਾ ਰੌਲਾ ਪੈ ਗਿਆ, ਇੰਨੀ ਹਾਹਾਕਾਰ ਮਚ ਗਈ ਵੀ ਇਹ ਸਾਡੇ ਨਾਲ ਹੋਇਆ ਕੀ। ਅਸੀਂ ਸੋਚਦੇ ਸਾਂ ਵੀ ਇਹ ਕੁਝ ਨਹੀਂ ਹੋਵੇਗਾ, ਪਰ ਹੋਇਆ ਇਸ ਦੇ ਉਲਟ। ਇਹ ਅਸੀਂ ਪਹਿਲੀ ਵਾਰ ਦੇਖਿਆ ਕਿ ਆਜ਼ਾਦ ਦੇਸ਼ ਵਿੱਚ ਰਹਿੰਦਿਆਂ ਉਸ ਸਮੇਂ ਦੀ ਪ੍ਰਧਾਨ ਮੰਤਰੀ ਨੇ ਆਪਣੇ ਸੂਬੇ ਪੰਜਾਬ ਤੇ ਸਾਡੇ ਤੇ ਮਾਰੂ ਹਥਿਆਰ, ਟੈਂਕਾਂ, ਤੋਪਾਂ ਨਾਲ ਅਚਾਨਕ ਹਮਲਾ ਕਰ ਦਿੱਤਾ, ਸਾਡੀ ਨਸਲਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। 1 ਜੂਨ ਨੂੰ ਜਦੋਂ ਲਗਾਤਾਰ ਗੋਲੀ ਚੱਲ ਰਹੀ ਸੀ ਤਾਂ ਭਾਰਤ ਦੀ ਸਰਕਾਰ ਵੱਲੋਂ, ਹਿੰਦ ਦੀ ਸਰਕਾਰ ਵੱਲੋਂ ਪਾਵਨ ਸ਼੍ਰੀ ਹਰਿਮੰਦਰ ਸਾਹਿਬ ਦੇ
ਸੋਹਣੇ ਪਵਿੱਤਰ ਮੁਖ ਉੱਤੇ 34 ਗੋਲੀਆਂ ਦਾਗੀਆਂ ਗਈਆਂ। 34 ਗੋਲੀਆਂ ਦੇ ਨਿਸ਼ਾਨ ਸੀ ਜਿਹੜੇ ਉਹ ਵੱਡੇ ਨਿਸ਼ਾਨ ਪਾਏ ਗਏ, ਉਹ ਜਿਨ੍ਹਾਂ ਦੀ ਗਿਣਤੀ 2 ਜੂਨ ਜਥੇਦਾਰ ਟੌੜਾ ਹੋਰ ਸਿੱਖ ਸੰਗਤ ਨੇ ਵੀ ਦੇਖੀ ਹੈ ਕਿ ਉਹ 34 ਨਿਸ਼ਾਨ ਸੀ ਜਿਹੜੇ ਉਹ ਪਾਏ ਗਏ। ਇੰਦਰਾ ਗਾਂਧੀ ਨੇ ਸਿੱਖ ਕੌਮ ਅਤੇ ਧਰਮ ਦਾ ਨਸਲ ਘਾਤ ਕਰਨਾ ਮਿਥ ਲਿਆ ਸੀ। ਉਹ ਤੋਂ ਬਾਅਦ ਸ਼ਾਮ ਨੂੰ ਇਹ ਗੋਲੀ ਰੁਕ ਗਈ ਹੈ। 2 ਜੂਨ ਨੂੰ ਗੋਲੀ ਨਹੀਂ ਚੱਲੀ ਤੇ 3 ਜੂਨ ਨੂੰ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸੀ। ਸੰਗਤਾਂ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲਾ ਕੇ ਮਤਲਬ ਲੋਕਾਂ ਦੀ ਪਿਆਸ ਬੁਝਾਉਂਦੀਆਂ ਨੇ ਤੇ ਉਸ ਦਿਨ ਜਿਹੜੀਆਂ ਸੰਗਤਾਂ ਸੀ ਬੜੇ ਸ਼ਰਧਾ ਨਾਲ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾ ਰਹੀਆਂ ਸਨ ਤੇ ਉਸ ਦਿਨ ਸੰਗਤ ਦੀ ਗਿਣਤੀ ਵੀ ਕਾਫੀ ਬਹੁਤ ਜ਼ਿਆਦਾ ਸੀ ਤੇ ਅਚਾਨਕ ਹੀ 3 ਅਤੇ 4 ਦੀ ਦਰਮਿਆਨੀ ਰਾਤ ਨੂੰ ਹਿੰਦੁਸਤਾਨ ਦੀ ਜ਼ਾਲਮ ਸਰਕਾਰ ਨੇ ਸਵੇਰੇ 4:40 ਤੇ ਤੋਪ ਦਾ ਪਹਿਲਾ ਗੋਲਾ ਦਾਗਿਆ, ਜੋ ਕਿ ਅਕਾਲ ਤਖਤ ਦੇ ਖੱਬੇ ਪਾਸੇ ਡਿੱਗਾ, ਜਿਸ ਨਾਲ ਜਿਹੜੀ ਸੰਗਤ ਵਿੱਚ ਹਾਹਾਕਾਰ ਮਚ ਗਈ ਵੀ ਇਹ ਕੀ ਹੋਇਆ। ਤੇ ਉਸ ਤੋਂ ਬਾਅਦ ਜਿਹੜਾ ਗੋਲਾ ਚੱਲਾ, ਉਹ ਤੋਂ ਬਾਅਦ ਲਗਾਤਾਰ ਫਿਰ ਹੋਰ ਗੋਲੀਆਂ ਦੀ ਆਵਾਜ਼ ਆਉਣੀ ਸ਼ੁਰੂ ਹੋਈ, ਜੋ ਸ਼ਾਮ ਤੱਕ ਜਾਰੀ ਰਹੀ। ਇਸ ਨਾਲ ਪ੍ਰਕਰਮਾਂ ਵਿੱਚ ਸੀ ਜਿਹੜਾ ਕਾਫੀ ਮਤਲਬ ਸੰਗਤ ਪਹਿਲੋਂ ਹੀ ਸੀ ਤੇ ਸੰਗਤ ਦੇ ਜ਼ਖਮੀ ਹੋਣ ਦੇ, ਸੰਗਤ ਦੇ ਸ਼ਹੀਦ ਹੋਣ ਦੀਆਂ ਜਿਹੜੀਆਂ ਗੱਲਾਂ ਸੀ ਉਹ ਸਾਹਮਣੇ ਆਈਆਂ ਤੇ ਕਾਫੀ ਲੋਕਾਂ ਦੇ ਇਹਦੇ ਵਿੱਚ ਜ਼ਖਮੀ ਵੀ ਹੋਏ ਨੇ। ਤੇ ਉਸ ਤੋਂ ਬਾਅਦ ਇਹ 4 ਜੂਨ ਸਾਰਾ ਦਿਨ ਗੋਲੀ ਚੱਲਦੀ ਰਹੀ। 4 ਜੂਨ ਦੀ ਸ਼ਾਮ ਨੂੰ ਮੈਂ ਤੇ ਦਵਿੰਦਰ ਸਿੰਘ ਦੁੱਗਲ ਅਤੇ ਉਹਨਾਂ ਦੇ ਮਿਸੇਜ ਅਸੀਂ ਇਕੱਠੇ ਸਾਂ 4 ਜੂਨ ਤੱਕ। 1 ਜੂਨ ਤੋਂ 4 ਜੂਨ ਤੱਕ ਅਸੀਂ ਇਕੱਠੇ ਰਹੇ ਹਾਂ ਜੀ। 4 ਜੂਨ ਦੀ ਰਾਤ ਨੂੰ 11 ਵਜੇ ਮੈਂ ਉਹਨਾਂ ਨਾਲੋਂ ਵਿਛੜ ਗਿਆ, ਕਿਉਂਕਿ ਜਿਹੜੀ ਮੇਰੀ ਰਿਹਾਇਸ਼ ਸੀ ਉਹ ਮਹੰਤ ਮੂਲ ਸਿੰਘ ਬੁੰਗੇ ਦੇ ਵਿੱਚ ਸੀ। ਤੰਗ ਗਲੀਆਂ ਵਿੱਚੋਂ ਹੁੰਦਾ ਹੋਇਆ ਮੈਂ ਆਪਣੇ ਘਰ ਆ ਗਿਆ। ਮੈਂ ਘਰ ਤੁਰਨ ਤੋਂ ਪਹਿਲਾਂ ਮਿਸਿਸ ਦੁੱਗਲ ਨੂੰ ਤੇ ਦੁੱਗਲ ਸਾਹਿਬ ਨੂੰ ਮੈਂ ਆਖਿਆ ਵੀ ਤੁਸੀਂ ਮੇਰੇ ਕੋਲ ਚੱਲੋ। ਉਹ ਕਹਿੰਦੇ ਨਹੀਂ, ਅਸੀਂ ਇੱਥੇ ਰਵਾਂਗੇ, ਤੁਸੀਂ ਚਲੋ। ਮੇਰੇ ਨਾਲ ਕੀ ਵਾਪਰੀ ਉਹਨਾਂ ਨੂੰ ਨਹੀਂ ਪਤਾ, ਉਹਨਾਂ ਨਾਲ ਕੀ ਵਾਪਰੀ ਮੈਨੂੰ ਨਹੀਂ ਪਤਾ। ਇਤਿਹਾਸ ਕਿਸੇ ਵੀ ਕੌਮ ਦਾ ਗੌਰਵਮਈ ਦੁਰਲਭ ਸੋਮਾ ਹੁੰਦਾ ਹੈ, ਜਿਸ ਤੋਂ ਸੇਧ ਲੈ ਕੇ ਕੌਮ ਆਪਣੇ ਧਾਰਮਿਕ, ਰਾਜਨੀਤਿਕ, ਆਰਥਿਕ ਤੇ ਸਮਾਜਿਕ ਅਕੀਦਿਆਂ ਦੀ ਰਹਿਨੁਮਾਈ ਹੇਠ ਜਿਉਂਦੀਆਂ ਤੇ ਮਰਦੀਆਂ ਨੇ। ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚ 12,600 ਕੁਝ ਪੁਸਤਕਾਂ ਸਨ, ਜਿਹਦੇ ਵਿੱਚ 2500 ਮਹਾਰਾਜ ਦੇ ਹੱਥ ਲਿਖਤ ਸਰੂਪ ਸਨ। ਕਾਫੀ ਪੁਰਾਤਨ ਵੇਲੇ ਸੰਮਤਵਾਰ ਰੱਖੇ ਹੋਏ ਸਨ। ਉਸ ਤੋਂ ਇਲਾਵਾ 500-600 ਦੇ ਕਰੀਬ ਖਰੜੇ ਸਨ, ਹੱਥ ਲਿਖਤ ਸਨ। ਬਾਕੀ ਕੁਝ ਐਸੇ ਹੁਕਮਨਾਮੇ ਸਨ ਜਿਹੜੇ ਗੁਰੂਆਂ ਵੇਲਿਆਂ ਦੇ ਹੁਕਮਨਾਮੇ ਸਨ, ਗੁਰੂ ਸਾਹਿਬਾਨ ਦੇ ਦਸਤਖਤ ਹੋਏ ਸਨ। ਕੁਝ ਹੁਕਮਨਾਮੇ ਹੈ ਸਨ ਚਾਂਦੀ ਦੀਆਂ ਪਲੇਟਾਂ ਤੇ ਉਕਰੇ ਹੋਏ, ਉਹਨਾਂ ਤੇ ਗੁਰੂ ਸਾਹਿਬ ਦੇ ਸਾਈਨ ਸਨ। ਕੁਝ ਵੈਸੇ ਕਾਗਜ਼ਾਂ ਤੇ ਹੁਕਮਨਾਮੇ ਲਿਖੇ ਹੋਏ ਸਨ, ਉਹਨਾਂ ਨੂੰ ਗੋਲ ਕਰਕੇ ਇੱਕ ਮਤਲਬ ਲੋਹੇ ਦੇ ਕਵਰ ਵਿੱਚ ਪਾਇਆ ਹੋਇਆ ਸੀ। ਆਪਾਂ ਇਹ ਨਹੀਂ ਕਹਿ ਸਕਦੇ ਵੀ ਉੱਥੇ ਕੇਵਲ ਸਿੱਖੀਜ਼ਮ ਦੀਆਂ ਕਿਤਾਬਾਂ ਸਨ, ਉੱਥੇ ਹੋਰ ਵੀ ਧਰਮ ਨਾਲ ਸੰਬੰਧਿਤ ਕਿਤਾਬਾਂ ਸਨ। ਕਿਉਂਕਿ ਜੇ ਕਿਸੇ ਨੇ ਆਪਣੇ ਧਰਮ ਦਾ ਪ੍ਰਚਾਰ ਕਰਨਾ ਤਾਂ ਉਹਨੂੰ ਵਿਰੋਧੀ ਕਿਤਾਬਾਂ ਵੀ ਪੜ੍ਹਨੀਆਂ ਪੈਣਗੀਆਂ। ਜੇ ਕਿਸੇ ਨੇ ਸਿੱਖੀਜ਼ਮ ਦਾ ਪ੍ਰਚਾਰ ਕਰਨਾ, ਉਹਨੂੰ ਹਿੰਦੂਇਜ਼ਮ, ਉਹਨੂੰ ਬੁੱਧਿਜ਼ਮ, ਉਹਨੂੰ ਹੋਰ ਧਰਮ ਦੀਆਂ ਕਿਤਾਬਾਂ ਵੀ ਪੜ੍ਹਨੀਆਂ ਪੈਣਗੀਆਂ ਕੰਪੈਰੀਟਿਵ ਕਰਕੇ, ਤਾਂ ਉਹ ਪ੍ਰਚਾਰ ਕਰ ਸਕੇਗਾ। ਇਸ ਲਈ ਉੱਥੇ ਸਾਰੇ ਧਰਮਾਂ ਦੀਆਂ ਪੁਸਤਕਾਂ ਸਨ। ਭਾਰਤੀ ਹਕੂਮਤ ਦੀਆਂ ਫੌਜਾਂ ਨੇ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਲੁੱਟਿਆ ਤੇ ਤਬਾਹ ਕੀਤਾ। 6 ਜੂਨ ਦੀ ਰਾਤ ਨੂੰ ਆਰਮੀ ਨੇ ਉਹ ਜਿੰਨੀਆਂ ਕਿਤਾਬਾਂ ਸਨ ਸਾਰੀਆਂ ਲਾਇਬ੍ਰੇਰੀ ਵਿੱਚੋਂ ਚੁੱਕ ਕੇ ਉਹ ਬਾਹਰ ਕੱਢ ਦਿੱਤੀਆਂ। ਇਹ ਡਰਾਮਾ ਕੀਤਾ ਕਿ ਲਾਇਬ੍ਰੇਰੀ ਸੜ ਗਈ। ਜਿਹੜੀ ਲਾਇਬ੍ਰੇਰੀ ਦੀ ਬਿਲਡਿੰਗ ਹੈ, ਮੈਂ ਉਹਨੂੰ ਕਹਾਂਗਾ ਬਿਲਡਿੰਗ ਨੂੰ ਅੱਗ ਲਾਈ ਹੈ 7 ਜੂਨ ਸਵੇਰੇ 9:30-10 ਵਜੇ। ਲਾਇਬ੍ਰੇਰੀ ਨੂੰ ਨਹੀਂ, ਲਾਇਬ੍ਰੇਰੀ ਤਾਂ ਉਹਨਾਂ ਨੇ ਪਹਿਲੋਂ ਕੱਢ ਚੁੱਕੇ ਨੇ ਉੱਥੋਂ। ਸਾਰੀ ਰਾਤ ਲਾਇਬ੍ਰੇਰੀ ਤੋਂ ਕੱਢ ਲਈ। ਉੱਥੇ ਜਿਹੜੀ ਅੱਗ ਲੱਗੀ ਹੈ, ਉੱਥੇ ਲੱਕੜ ਦੇ ਰੈਕ ਸਨ, ਲੱਕੜ ਦੀਆਂ ਅਲਮਾਰੀਆਂ ਸਨ, ਰੁਮਾਲਾਂ ਦੀਆਂ ਪੰਡਾਂ ਸਨ,
ਉਹਦੇ ਵੇਸਟ ਪੇਪਰ ਸਨ ਤੇ ਉੱਥੇ ਪਿਛਲੇ 3-4 ਸਾਲਾਂ ਤੋਂ ਜਿਹੜੇ ਨਿਊਜ਼ਪੇਪਰ ਅਖਬਾਰ ਸਨ ਉਹ ਸਨ। ਬਾਕੀ ਸਰਕਾਰ ਕੋਲ ਐਸੇ ਕੈਮੀਕਲ ਕਈ ਹੁੰਦੇ ਨੇ ਜਿਨ੍ਹਾਂ ਨੂੰ ਉਹ ਸੁੱਟ ਕੇ ਅੱਗ ਲਾ ਦਿਆ ਕਰਦੀ ਹੈ। ਬਾਕੀ ਅੱਗ ਜਿਹੜੀ ਹੈ ਬਿਲਡਿੰਗ ਨੂੰ ਲੱਗੀ ਹੈ, ਨਾ ਕਿ ਲਾਇਬ੍ਰੇਰੀ ਨੂੰ ਲੱਗੀ। ਉਹਨਾਂ ਦੇ ਟੈਂਕ ਸਨ, ਉਹਨਾਂ ਦੇ ਕੋਲ ਬਖਤਰਬੰਦ ਗੱਡੀਆਂ ਸਨ, ਉਹਨਾਂ ਦੀਆਂ ਬੈਟਰੀਆਂ ਨਾਲ ਕੇਵਲ ਤੇ ਕੇਵਲ ਉਹਨਾਂ ਨੇ ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚ ਲਾਈਟ ਜਗਾਈ ਹੈ, ਹੋਰ ਕਿਤੇ ਉਹਨਾਂ ਨੇ ਲਾਈਟ ਨਹੀਂ ਜਗਾਈ। ਉੱਥੋਂ ਉਹ ਸਾਰੀਆਂ ਕਿਤਾਬਾਂ ਆਪਣੇ ਬੋਰਿਆਂ ਵਿੱਚ ਭਰ ਕੇ ਲੈ ਗਏ ਨੇ। ਉਹਦਾ ਮਿਸਾਲ ਮੈਂ ਅੱਗੇ ਜਾ ਕੇ ਤੁਹਾਨੂੰ ਦੱਸਾਂਗਾ ਵੀ ਉਹ ਮਤਲਬ ਉਹ ਉੱਥੋਂ ਸਾਰੀ ਰਾਤ ਉਹਨਾਂ ਨੇ ਲਾਇਬ੍ਰੇਰੀ ਢੋ ਲਈ ਆ ਉਹਨਾਂ ਨੇ। ਜੇ ਕਿਸੇ ਕੌਮ ਦੀ ਹਸਤੀ ਮਿਟਾਉਣੀ ਹੋਵੇ ਤਾਂ ਹਕੂਮਤਾਂ ਉਸ ਕੌਮ ਦੇ ਅਕੀਦੇ ਅਤੇ ਇਤਿਹਾਸ ਨੂੰ ਨੇਸ ਤੋਂ ਨਾਬੂਦ ਕਰ ਦਿੰਦੀਆਂ ਨੇ, ਤਾਂ ਜੋ ਉਸ ਕੌਮ ਦੀਆਂ ਆਉਣ ਵਾਲੀਆਂ ਨਸਲਾਂ ਨੂੰ ਆਪਣਾ ਗੁਲਾਮ ਬਣਾਇਆ ਜਾਵੇ ਜਾਂ ਉਸ ਦੀ ਉਪਜ ਨੂੰ ਪਿਓਨ ਲਾ ਕੇ ਆਪਣੇ ਵਿੱਚ ਸਮੋਇਆ ਜਾ ਸਕੇ। ਮਹੰਤ ਮੂਲ ਸਿੰਘ ਦਾ ਬੁੰਗਾ ਬਿਲਕੁਲ ਨਾਲ ਸੀ, ਪ੍ਰਕਰਮਾਂ ਦੇ ਨਾਲ ਸੀ, ਸਿੱਖ ਰੈਫਰੈਂਸ ਦੇ ਜਿਹੜਾ ਬਿਲਕੁਲ ਨਾਲ ਸੀ। ਮੈਨੂੰ ਇਸ ਕਰਕੇ ਸੀ ਵੀ ਮੇਰੀ ਉੱਥੇ ਡਿਊਟੀ ਹੈ, ਮੈਂ ਉੱਥੇ ਵੇਖਦਾ ਰਿਹਾ ਖਿੜਕੀਆਂ ਰਾਹੀਂ ਜਾਂ ਸੁਰਾਖਾਂ ਰਾਹੀਂ ਵੀ ਉੱਥੇ ਕੀ ਹੁੰਦਾ ਕੀ ਨਹੀਂ ਹੁੰਦਾ। ਮਤਲਬ ਜਦੋਂ ਸ਼ਾਮ 6 ਜੂਨ ਦੀ ਸ਼ਾਮ, ਦੇਖੋ 6 ਜੂਨ ਦੀ ਸ਼ਾਮ ਨੂੰ ਡਾਕਟਰ ਦਵਿੰਦਰ ਸਿੰਘ ਦੁੱਗਲ ਲਾਇਬ੍ਰੇਰੀ ਠੀਕ ਦੀ ਗਵਾਹੀ ਭਰਦਾ ਹੈ। ਉਹਦੀ ਮੈਸੇਜ ਹੈ ਜਿਹੜੀ ਗੁਰਸ਼ਰਨ ਕੌਰ ਦੁੱਗਲ, ਉਹ ਵੀ 6 ਜੂਨ ਦੀ ਸ਼ਾਮ ਤੱਕ ਲਾਇਬ੍ਰੇਰੀ ਠੀਕ ਹੋਣ ਦੀ ਗਵਾਹੀ ਦੇ ਰਹੇ ਨੇ। ਲੇਕਿਨ ਮੈਂ ਇਹ ਕਹਿਣਾ ਹੈ ਵੀ 6 ਜੂਨ ਦੀ ਰਾਤ ਨੂੰ ਲਾਇਬ੍ਰੇਰੀ ਉਤੋਂ ਚੁੱਕ ਕੇ ਲੈ ਗਏ। ਉਹਨਾਂ ਨੇ ਜਿਹੜੀ ਅੱਗ ਲਾਈ ਹੈ, ਰਹਿੰਦ ਖੂੰਦ ਨੂੰ ਅੱਗ ਲਾਈ ਹੈ। ਮੈਂ ਪਹਿਲਾਂ ਦੱਸ ਚੁੱਕਿਆ, ਲੱਕੜ ਦੇ ਰੈਕ, ਲੱਕੜ ਦੀਆਂ ਅਲਮਾਰੀਆਂ, ਜੇ ਉਹ ਉੱਤੇ ਹੋਰ ਸਮਾਨ ਪਿਆ ਸੀ, ਅੱਗ ਉਹਨੂੰ ਲੱਗੀ ਹੈ, ਲਾਇਬ੍ਰੇਰੀ ਤੋਂ ਬਾਹਰ ਲੈ ਗਏ। ਮੈਂ ਆਪ ਖੁਦ 7 ਜੂਨ ਨੂੰ ਪਕੜਿਆ ਗਿਆ, ਆਰਮੀ ਨੇ ਮੈਨੂੰ ਪਕੜ ਲਿਆ। ਮੈਨੂੰ ਵੀ ਫੌਜੀ ਕੈਂਪਾਂ 'ਚ, ਨਾਭੇ ਜੇਲ੍ਹ 'ਚ, ਉਦੋਂ ਮੈਂ ਜੋਧਪੁਰ ਜੇਲ੍ਹ 'ਚ ਲੈ ਗਏ। ਜਦੋਂ ਮੈਂ ਜੋਧਪੁਰ ਜੇਲ੍ਹ ਵਿੱਚ ਸਾਂ, ਜਦੋਂ ਮੈਨੂੰ ਪਤਾ ਲੱਗਾ ਵੀ ਦਵਿੰਦਰ ਸਿੰਘ ਦੁੱਗਲ ਐਕਸਪਾਇਰ ਹੋ ਗਏ ਨੇ, ਤੇ ਬੀਬੀ ਜੀ ਨਾਲ ਵੀ ਬਾਅਦ 'ਚ ਮੇਲ ਹੁੰਦਾ ਰਿਹਾ ਜਲੰਧਰ, ਤੇ ਉਹ ਵੀ ਮੈਨੂੰ ਦੱਸਦੇ ਰਹੇ ਨੇ ਵੀ ਜਿਹੜੇ ਇਹ 6 ਜੂਨ ਦੀ ਸ਼ਾਮ ਤੱਕ ਲਾਇਬ੍ਰੇਰੀ ਅਸੀਂ ਠੀਕ ਵੇਖੀ ਹੈ। ਬੀਬੀ ਜੀ ਦੱਸਦੇ ਸਨ ਵੀ ਡਾਕਟਰ ਦਵਿੰਦਰ ਸਿੰਘ ਦੁੱਗਲ ਨੂੰ ਆਰਮੀ ਨੇ ਘਰੋਂ ਚੁੱਕ ਲਿਆ 9 ਜੂਨ ਨੂੰ। 9 ਜੂਨ ਨੂੰ ਉਹਨਾਂ ਨੇ ਜਿਹੜਾ ਆਟਾ ਮੰਡੀ ਵਾਲਾ ਪਾਸਾ ਵਿਹੜਾ, ਉੱਥੇ ਲਿਆ ਕੇ ਕਿਹਾ ਵੀ ਇੱਥੇ ਲਿਖ ਦਿਓ ਵੀ ਲਾਇਬ੍ਰੇਰੀ ਠੀਕ ਵਸੂਲ ਪਾਈ। ਲਿਖਣੋਂ ਡਟ ਗਿਆ। ਉਹ ਕਹਿੰਦਾ ਮੈਂ ਤਾਂ ਇਹ ਲਿਖਾਂਗਾ ਮੈਨੇ ਰਾਖ ਵਸੂਲ ਪਾਈ। ਆਰਮੀ ਨੇ ਕਿਹਾ ਵੀ ਇਸ ਤੈਨੂੰ ਗੋਲੀ ਮਾਰਾਂਗੇ। ਕਹਿੰਦਾ ਗੋਲੀ ਮਾਰਨੀ ਆ ਮਾਰ ਦਿਓ, ਲੇਕਿਨ ਮੈਂ ਇਹੋ ਲਿਖਾਂਗਾ। ਬੀਬੀ ਜੀ ਕਹਿੰਦੇ ਆ ਵੀ ਮੈਂ ਸਰਦਾਰ ਜੀ ਨੂੰ ਕਿਹਾ ਵੀ ਗੋਲੀ ਮਾਰਨਗੇ, ਤੁਸੀਂ ਲਿਖ ਦਿਓ। ਕਹਿੰਦਾ ਕੌਮ ਨੇ ਮੇਰੇ ਤੋਂ ਲਾਇਬ੍ਰੇਰੀ ਮੰਗਣੀ ਹੈ, ਵੀ ਤੁਸੀਂ ਲਿਖ ਕੇ ਦਿੱਤਾ, ਲਿਆਓ ਕਿੱਥੇ ਹੈ ਲਾਇਬ੍ਰੇਰੀ, ਮੈਂ ਕਿੱਥੋਂ ਦਿਆਂਗਾ। ਇਹ ਤੋਂ ਪਹਿਲਾਂ ਜਥੇਦਾਰ ਅਕਾਲ ਤਖਤ ਸਾਹਿਬ ਨੇ, ਯਾਨੀ ਕਿਰਪਾਲ ਸਿੰਘ, ਉਹਨਾਂ ਨੇ ਇਹ ਬਿਆਨ ਦੇ ਦਿੱਤਾ ਸੀ ਮੀਡੀਆ ਤੇ ਕਿ ਅਕਾਲ ਤਖਤ ਤੇ ਕੋਟਾ ਸਾਹਿਬ ਠੀਕ ਠਾਕ। ਇਹ ਜਿਹੜਾ ਬਿਆਨ ਹੈ ਇਹ ਉਹਨਾਂ ਦੀ ਆਪਣੀ ਰਾਏ ਹੋ ਸਕਦੀ ਹੈ। ਦਬਾਅ ਹੇਠ ਆ ਕੇ ਆਰਮੀ ਨੇ ਦਵਾਇਆ। ਦਬਾਅ ਹੇਠ ਤਾਂ ਦੁੱਗਲ ਨੂੰ ਵੀ ਲਿਆ ਰਹੇ ਸੀ, ਪਰ ਦੁੱਗਲ ਸਾਹਿਬ ਉਹਨਾਂ ਦੇ ਦਬਾਅ ਹੇਠ ਨਹੀਂ ਆਏ। ਕੁਝ ਐਸੇ ਮਜ਼ਬੂਤ ਤੱਥ ਗਵਾਹੀ ਭਰਦੇ ਨੇ ਕਿ ਸਿੱਖ ਰੈਫਰੈਂਸ ਲਾਇਬ੍ਰੇਰੀ ਭਾਰਤੀ ਹਕੂਮਤ ਦੇ ਹੁਕਮਾਂ ਨਾਲ ਫੌਜ ਨੇ ਚੋਰੀ ਕੀਤੀ ਤੇ ਬਾਅਦ ਵਿੱਚ ਅੱਗ ਲਾ ਕੇ ਸਿੱਖ ਕੌਮ ਦੇ ਅੱਖੀਂ ਕੱਟਾ ਪਾਇਆ ਗਿਆ। ਮੈਂ ਇੱਕ ਤੁਹਾਨੂੰ ਦੱਸਦਾ ਵੀ ਰਣਜੀਤ ਸਿੰਘ ਨੰਦਾ ਹੋਏ ਨੇ ਇੱਕ ਪੁਲਿਸ ਇੰਸਪੈਕਟਰ, ਉਹਨਾਂ ਦਿਨਾਂ 'ਚ 84 'ਚ। ਉਹਨਾਂ ਦੇ ਕਹਿਣ ਮੁਤਾਬਕ ਹੈ ਵੀ ਕੋਈ ਇੱਥੇ ਯੂਥ ਹੋਸਟਲ ਹੈ ਅੰਮ੍ਰਿਤਸਰ, ਉੱਥੇ ਸਾਰੀਆਂ ਕਿਤਾਬਾਂ ਲੈ ਗਏ ਨੇ। ਰਣਜੀਤ ਸਿੰਘ ਨੰਦਾ ਦੀ ਡਿਊਟੀ ਲਾਈ ਗਈ ਹੈ ਵੀ ਵੇਖੋ ਇਹ ਕੀ ਹੈ। ਜਦੋਂ ਰਣਜੀਤ ਸਿੰਘ ਨੰਦਾ ਐਂਟਰ ਹੋਇਆ ਉਸ ਹੋਟਲ 'ਚ, ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੀਚੇ ਪਏ ਨੇ। ਉਸ ਨੇ ਪ੍ਰੋਟੈਸਟ ਕੀਤਾ ਵੀ ਮੈਂ ਇਹ ਕੰਮ ਨਹੀਂ ਕਰਾਂਗਾ, ਤੁਸੀਂ ਤਾਂ ਸਾਡੇ ਗੁਰੂ ਸਾਹਿਬ ਨੂੰ ਨੀਚੇ ਸੁੱਟ ਦਿੱਤਾ। ਉਹਦੇ ਪ੍ਰੋਟੈਸਟ ਤੋਂ ਬਾਅਦ ਫੌਜ ਵਾਲਿਆਂ ਨੇ ਟੇਬਲਾਂ ਦਾ ਪ੍ਰਬੰਧ ਕੀਤਾ ਗਿਆ। ਉਹ ਗੁਰੂ ਗ੍ਰੰਥ ਸਾਹਿਬ ਜੀ ਟੇਬਲ ਤੇ ਰੱਖੇ ਗਏ। ਕਾਫੀ ਗਿਣਤੀ ਸੀ ਉਹਨਾਂ ਦੀ, ਇੱਕ ਦੇ ਉੱਤੇ ਇੱਕ ਦੇ ਉੱਤੇ ਇੱਦਾਂ ਰੱਖੇ ਗਏ। ਨੰਦਾ ਸਾਹਿਬ ਉਹ ਆਪਣੀ ਡਿਊਟੀ ਕਰ ਰਹੇ ਨੇ, ਵਾਚ ਰਹੇ ਨੇ ਵੀ ਇਹ ਕੀ ਹੈ। ਉਹਨਾਂ ਦੀ ਜ਼ਮੀਰ ਜਾਗੀ। ਉਹਨਾਂ ਨੇ ਕੁਝ ਆਈਟਮਾਂ ਉਸ ਲਾਇਬ੍ਰੇਰੀ ਦੀਆਂ ਫੌਜ ਦੀਆਂ ਅੱਖਾਂ ਤੋਂ ਚੁਰਾ ਕੇ, ਉਹ ਸੱਜੇ ਖੱਬੇ ਕਰਕੇ, ਉਹ ਮਤਲਬ ਉੱਥੋਂ ਲੈ ਆਏ ਨੇ, ਆਪਣੇ ਘਰ ਲੈ ਆਏ ਜਾਂ ਹੋਰ ਕਿਤੇ ਲੈ ਆਏ। ਜਦੋਂ ਉਹ ਰਿਟਾਇਰ ਹੋਏ ਨੇ ਆਪਣੇ ਪੁਲਿਸ ਡਿਪਾਰਟਮੈਂਟ ਤੋਂ,
ਉਹ ਤੋਂ ਬਾਅਦ ਉਹਨਾਂ ਨੇ ਉਹ ਚੀਜ਼ਾਂ ਜੋ ਪੁਸਤਕਾਂ ਸੀ ਜਾਂ ਕੁਝ ਆਈਟਮਾਂ ਸਨ, ਹੋਰ ਸਨ, ਹੁਕਮਨਾਮੇ ਸਨ ਕੁਝ, ਉਹ ਉਹਨਾਂ ਨੇ ਸ਼੍ਰੋਮਣੀ ਕਮੇਟੀ ਨੂੰ ਆਪਣੀ ਰਿਟਾਇਰਮੈਂਟ ਤੋਂ ਬਾਅਦ ਦਿੱਤੀਆਂ, ਜਿਹੜੀਆਂ ਰਣਜੀਤ ਸਿੰਘ ਨੰਦਾ ਨੇ ਮਨਜੀਤ ਸਿੰਘ ਕਲਕੱਤਾ ਨੂੰ ਦਿੱਤੀਆਂ ਤੇ ਕਲਕੱਤਾ ਨੇ ਉਹ ਲਾਇਬ੍ਰੇਰੀ ਵਿੱਚ ਭੇਜ ਦਿੱਤੀਆਂ। ਉਹ ਆਖਿਆ ਵੀ ਇਹਨਾਂ ਨੂੰ ਦਰਜ ਕਰਕੇ ਮੈਨੂੰ ਇਹਦੀ ਨੰਬਰਿੰਗ ਦੇ ਦਿਓ। ਜਦੋਂ ਉਹਨਾਂ ਨੂੰ ਵੇਖਿਆ ਗਿਆ ਤਾਂ ਉਹਨਾਂ ਤੇ ਪੁਰਾਣੀ 84 ਦੇ ਜਿਹੜੇ ਐਕਸੈਸ਼ਨ ਰਜਿਸਟਰ ਸਨ ਉਹਨਾਂ ਦੀ ਨੰਬਰਿੰਗ ਹੋਈ ਸੀ। ਆਹ ਦੇਖੋ ਪੁਰਾਣਾ ਮੈਂ ਲਿਖਿਆ ਓਲਡ ਨੰਬਰ, ਇਹ 6221, ਇਹ ਪੁਰਾਣੀ 1984 ਤੋਂ ਪਹਿਲਾਂ ਦੀ ਲਾਇਬ੍ਰੇਰੀ ਦਾ ਨੰਬਰ ਹੈ। ਆਹ ਮੌਜੂਦਾ ਹੈ ਜੋ ਕਲਕੱਤਾ ਸਾਹਿਬ ਨੇ ਕਿਹਾ ਸੀ ਵੀ ਇਹਨਾਂ ਨੂੰ ਦਰਜ ਕਰਕੇ ਤੇ ਮੈਨੂੰ ਨੰਬਰਿੰਗ ਦੇ ਦਿਓ। ਆਹ ਪੁਰਾਣਾ ਨੰਬਰ ਹੈ 6221। ਇਹ ਜਿਹੜੀ ਚੀਜ਼ ਹੈ ਆ ਪਹਿਲਾ ਹੁਕਮਨਾਮਾ ਹੈ ਨਿਸ਼ਾਨ ਪਾਤਸ਼ਾਹੀ 10ਵੀਂ ਲਿਖਤੀ ਬੀੜ ਸੰਮਤ ਵਾਲੀ, ਇਹ ਪੁਰਾਣੇ ਨੰਬਰ 6221 ਤੇ ਅੱਜ ਵੀ ਤੁਸੀਂ ਉੱਥੇ ਵੇਖ ਸਕਦੇ ਹੋ। ਉੱਥੇ ਪੁਰਾਣਾ ਐਕਸੈਸ਼ਨ ਰਜਿਸਟਰ ਹੈ ਜਿਹੜਾ ਆਰਮੀ ਨੇ ਸਾਨੂੰ ਮਤਲਬ ਬਾਅਦ ਚ ਸੌਂਪਣਾ ਕੀਤਾ ਹੈ, ਉਹਦੇ ਵਿੱਚ ਇਹ 6221 ਤੇ ਇਹ ਤੁਸੀਂ ਨੰਬਰਿੰਗ ਵੇਖ ਸਕਦੇ ਹੋ। ਇਹ ਤੇ ਹੈ ਨੰਦਾ ਸਾਹਿਬ ਨੇ ਸਾਨੂੰ ਪੁਸਤਕਾਂ ਦਿੱਤੀਆਂ ਜੀ। ਉਹ ਤੋਂ ਬਾਅਦ ਮੈਂ ਤੁਹਾਨੂੰ ਦੱਸਾਂਗਾ ਵੀ ਕੁਝ ਸਮਾਨ ਸਾਨੂੰ ਫੌਜ ਨੇ ਜਾਂ ਸੀਬੀਆਈ ਨੇ ਵੀ ਦਿੱਤਾ ਹੈ। ਇਹ ਦੇਖੋ, ਇਹ ਜਿੰਨਾ ਰਿਕਾਰਡ ਹੈ ਸਾਰਾ ਸੀਬੀਆਈ ਨੇ ਦਿੱਤਾ ਹੈ, ਪੁਰਾਣੀ ਰਿਕਾਰਡ ਹੈ, ਪੁਰਾਣੀ ਲਾਇਬ੍ਰੇਰੀ ਦਾ ਰਿਕਾਰਡ ਹੈ। ਮੈਂ ਇੱਕ ਗੱਲ ਛੋਟੀ ਦੇ ਦੱਸਾਂਗਾ ਵੀ ਲਾਇਬ੍ਰੇਰੀ ਸੜ ਗਈ, ਆਪਾਂ ਸਰਕਾਰ ਦੀ ਭਾਸ਼ਾ ਬੋਲ ਪਾਓ, ਲਾਇਬ੍ਰੇਰੀ ਸੜ ਗਈ ਹੈ, ਉਹਨੂੰ ਅੱਗ ਲੱਗ ਗਈ ਹੈ। ਇਹ ਜਿਹੜਾ ਸਮਾਨ ਹੈ ਪੁਰਾਣੀ ਲਾਇਬ੍ਰੇਰੀ ਦਾ, ਇਹ ਸਾਨੂੰ ਕਿੱਥੋਂ ਦੇ ਰਹੇ ਨੇ? ਮੈਂ ਤੁਹਾਨੂੰ ਇੱਕ ਗੱਲ ਦੱਸਾਂਗਾ, ਉਹਦੇ ਉੱਤੇ ਪੁਰਾਣੇ ਐਕਸੈਸ਼ਨ ਰਜਿਸਟਰ ਸਾਨੂੰ ਦੇ ਰਹੇ ਹੈ। ਦੇਖੋ ਐਨਸਾਈਕਲੋਪੀਡੀਆ ਆਫ ਬ੍ਰਿਟੇਨਕਾ ਦੀਆਂ 25-30 ਜਲਦਾਂ ਹੁੰਦੀਆਂ ਨੇ, ਇਹ ਸਾਨੂੰ ਦੇ ਰਹੇ ਹੈ ਜੀ ਐਨਸਾਈਕਲੋਪੀਡੀਆ ਆਫ ਬ੍ਰਿਟੇਨਕਾ ਦੀ 3 ਤੇ 7ਵੀਂ ਤੇ 10ਵੀਂ ਜਿਲਦ, ਮਤਲਬ 3, 7ਵਾਂ ਤੇ 10ਵਾਂ ਭਾਗ। ਆਰਮੀ ਮਗਰ ਜਾਈਏ ਤੇ ਲਾਇਬ੍ਰੇਰੀ ਸੜ ਚੁੱਕੀ ਹੈ, ਤੇ ਇਹ ਸਾਨੂੰ ਆਰਮੀ ਕਿੱਥੋਂ ਦੇ ਰਹੀ ਹੈ? ਪਹਿਲੇ ਵੀ ਸੜ ਗਏ, ਲਾਸਟ ਵੀ ਸੜ ਗਏ, ਤੇ ਇਹ ਵਿਚਕਾਰਲਾ ਹਿੱਸਾ ਕਿੱਥੋਂ ਬਚ ਗਿਆ? ਕੀ ਆਰਮੀ ਇਹਦਾ ਜਵਾਬ ਦੇ ਸਕਦੀ ਹੈ? ਜਾਂ ਜਿੱਥੇ ਇਹ ਸਮਾਨ ਪਿਆ ਹੋਏਗਾ ਕਿਤੇ, ਇਹ ਆਪਾਂ ਨੂੰ ਜਵਾਬ ਦੇ ਸਕਦੇ ਨੇ। ਦੇਖੋ ਉਸ ਸਮੇਂ ਦਾ ਐਕਸੈਸ਼ਨ ਰਜਿਸਟਰ ਹੈ ਵੀ ਇੱਕ ਨੰਬਰ ਤੇ ਕਿਹੜੀ ਬੁੱਕ, ਦੂਜੇ ਤੇ ਕਿਹੜੀ, ਇਸੇ ਤਰ੍ਹਾਂ 12,600 ਦਾ ਐਕਸੈਸ਼ਨ ਰਜਿਸਟਰ ਤਿੰਨੇ 1000 ਤੋਂ 5000, 5000, 1 ਤੋਂ 6000, 6000 ਤੋਂ ਅੱਗੇ ਉਹ ਜਿਹੜਾ ਸੀ ਉਹ ਲਗਾਤਾਰ ਤੁਰਿਆ ਆ ਰਿਹਾ। ਇਹ ਤਿੰਨੋਂ ਰਜਿਸਟਰ ਮਾਲਵਾ ਇਤਿਹਾਸ ਦਾ ਤਿੰਨੇ ਭਾਗ ਦੇ ਬੈਠੀ ਹੈ ਸਾਨੂੰ ਗੌਰਮੈਂਟ, ਤੇ ਏਸ਼ੀਅਨ ਰਿਕਾਰਡਸ, ਹੋਰ ਇਸੇ ਤਰ੍ਹਾਂ ਕੀ ਸਿੰਘ ਆਰਕਿਵ 1973 ਦੇ। ਉਹ ਤੋਂ ਬਾਅਦ ਕੁਝ ਸਾਨੂੰ ਪੁਰਾਣੀਆਂ ਅਖਬਾਰਾਂ ਦਿੱਤੀਆਂ ਨੇ ਗੌਰਮੈਂਟ ਨੇ। ਉਹ ਤੋਂ ਬਾਅਦ ਸਾਨੂੰ ਹੱਥ ਲਿਖਤਾਂ ਦੀ ਸੂਚੀ ਦਿੱਤੀ ਆ। ਦੇਖੋ ਮੈਂ ਸਿੱਖ ਇਤਿਹਾਸ ਰਿਸਰਚ ਬੋਰਡ, ਦੇਖੋ ਸਰਕਾਰ ਕਹਿੰਦੀ ਆ ਲਾਇਬ੍ਰੇਰੀ ਸੜ ਗਈ, ਤੇ ਉੱਥੇ ਪ੍ਰੋਸੀਡਿੰਗ ਬੁੱਕਸ ਪਈਆਂ ਨੇ ਸਿੱਖ ਇਤਿਹਾਸ ਰਿਸਰਚ ਬੋਰਡ ਦੀਆਂ 1962 ਤੋਂ 65 ਤੱਕ, 65 ਤੋਂ 74 ਤੱਕ। ਇਹ ਕਿੱਥੋਂ ਮਿਲ ਗਏ ਸਾਨੂੰ? ਇਹ ਗੌਰਮੈਂਟ ਨੇ ਕਿੱਥੋਂ ਦਿੱਤੇ ਸਾਨੂੰ? ਇਹ ਗੌਰਮੈਂਟ ਆਪ ਦੱਸੇ ਸਾਨੂੰ ਵੀ ਸਾਨੂੰ ਇਹ ਦਿੱਤੇ ਕਿੱਥੋਂ। ਉਹਨਾਂ ਦੀ ਭਾਸ਼ਾ ਵਿੱਚ ਲਾਇਬ੍ਰੇਰੀ ਸੜ ਗਈ। ਇਹਨਾਂ ਤਸਦੀਕਸ਼ੁਦਾ ਕਾਗਜ਼ਾਂ ਤੋਂ ਸਾਫ਼ ਨਜ਼ਰੀ ਆਉਂਦਾ ਹੈ ਜੋ ਹਰਦੀਪ ਸਿੰਘ ਕੋਲ ਮੌਜੂਦ ਨੇ ਕਿ ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚ ਪਿਆ ਸਿੱਖ ਕੌਮ ਦਾ ਇਤਿਹਾਸ ਚੋਰੀ ਕੀਤਾ ਗਿਆ ਹੈ, ਨਾ ਕਿ ਸੜਿਆ ਹੈ। ਜਦੋਂ ਸਰਕਾਰ ਤੋਂ ਐਸਜੀਪੀਸੀ ਵਾਲੇ ਕੁਝ ਰਿਕਾਰਡ ਜਾਂ ਕੁਝ ਪੁਸਤਕਾਂ ਲੈਣ ਗਏ ਨੇ, ਇਹ ਨਵੀਂ ਦਿੱਲੀ ਸੀਬੀਆਈ ਦੇ ਸਟੋਰ ਵਿੱਚ ਐਸਜੀਪੀਸੀ ਵੱਲੋਂ ਡਿਊਟੀ ਲਾਈ ਗਈ ਆ ਕੁਝ ਬੰਦਿਆਂ ਦੀ। ਉਹਨਾਂ ਨੂੰ ਨਾਲ ਲਿਖਿਆ ਗਿਆ ਕਿ ਜਾਂਦੇ ਹੋਏ ਪੂਰਨ ਸਿੰਘ ਹੁੰਦਲ ਵਕੀਲ ਚੰਡੀਗੜ੍ਹ ਨੂੰ ਨਾਲ ਲੈ ਕੇ ਜਾਏ। ਆਪਾਂ ਹੁੰਦਲ ਸਾਹਿਬ ਨੂੰ ਨਾਲ ਭੇਜਿਆ ਤੇ ਉਹਨਾਂ ਨੇ ਸਾਰੀ ਵਸੂਲੀ ਲਈ ਆ। ਉਹਨਾਂ ਦੇ ਕਹਿਣ ਮੁਤਾਬਕ ਹੈ ਵੀ ਸੀਬੀਆਈ ਦੇ ਸਟੋਰ ਵਿੱਚ ਬਹੁਤ ਸਾਰਾ ਭੰਡਾਰ ਪਿਆ ਹੈ। ਜੋ ਉਹਨਾਂ ਨੇ ਮੈਨੂੰ ਦਿੱਤਾ ਉਹਦੇ ਸਾਹਮਣੇ ਉਹਨੇ ਸਾਈਨ ਕਰਾਏ। ਸੀਬੀਆਈ ਦੇ ਸਟੋਰ ਇੰਚਾਰਜ ਨੇ ਜੋ ਉਹ ਮੈਨੂੰ ਦਿੰਦੇ ਰਹੇ ਉਹਦੇ ਸਾਹਮਣੇ ਸਾਈਨ ਕਰਾਉਂਦੇ ਰਹੇ। ਤੇ ਜਦੋਂ ਵਾਪਸ ਇੱਥੇ ਲਿਆ ਕੇ ਆਪਾਂ ਉਹਨਾਂ ਨੇ ਸਾਨੂੰ ਦੇਤਾ ਸਮਾਨ ਸ਼੍ਰੋਮਣੀ ਕਮੇਟੀ ਨੂੰ। ਆਪਾਂ ਪੁੱਛਿਆ ਵੀ ਕੀ ਤੁਸੀਂ ਲਿਸਟ ਬਣਾਈ ਹੈ, ਤਾਂ ਹੁੰਦਲ ਸਾਹਿਬ ਬੜੇ ਸੋਹਣੇ ਤਰੀਕੇ ਨਾਲ ਦੱਸ ਰਹੇ ਨੇ ਵੀ ਜੋ ਲਿਸਟ ਮੈਂ ਬਣਾਈ ਸੀ ਉਹ ਮੈਂ ਸ਼੍ਰੋਮਣੀ ਕਮੇਟੀ ਨੂੰ ਦੇ ਦਿੱਤੀ।
ਹਾਲੇ ਵੀ ਉੱਥੇ ਕਾਫੀ ਸਮਾਨ ਮੌਜੂਦ ਹੈ। ਸੀਬੀਆਈ ਦੇ ਸਟੋਰ ਇੰਚਾਰਜ ਦੇ ਮੁਤਾਬਕ, ਸੀਬੀਆਈ ਦੇ ਸਟੋਰ ਦੀ ਲੈਜਰ ਮੁਤਾਬਕ ਹਾਲੇ ਵੀ ਕਾਫੀ ਸਮਾਨ ਮੌਜੂਦ ਪਿਆ ਆਵੇ। ਤੁਹਾਡੇ ਸਾਹਮਣੇ ਹੈ, ਪੂਰਨ ਸਿੰਘ ਹੁੰਦਲ ਦੀ ਲਿਖਤ ਹੈ, ਆ ਥੱਲੇ ਲਿਖਿਆ ਉਹਨਾਂ ਦੇ ਵੀ ਹਾਲੇ ਵੀ ਉਸ ਸਟੋਰ ਵਿੱਚ ਕਾਫੀ ਸਮਾਨ ਮੌਜੂਦ ਹੈ। ਵੀ ਆਰਮੀ ਕਹਿੰਦੀ ਹੈ ਵੀ ਲਾਇਬ੍ਰੇਰੀ ਸੜ ਗਈ। ਦੇਖੋ ਸਮਾਂ ਆਏਗਾ, ਤੁਹਾਨੂੰ ਆਪੇ ਪਤਾ ਚੱਲੇਗਾ, ਹੌਲੀ ਹੌਲੀ ਇਹ ਪਰਤਾਂ ਖੁੱਲਦੀਆਂ ਜਾਣਗੀਆਂ। ਲਾਇਬ੍ਰੇਰੀ ਸੜੀ ਨਹੀਂ, ਲਾਇਬ੍ਰੇਰੀ ਚੁਰਾਈ ਗਈ ਹੈ। ਆ ਦੇਖੋ, ਜਦੋਂ ਲਾਇਬ੍ਰੇਰੀ ਵਿੱਚੋਂ ਉਹਨਾਂ ਨੇ ਸਮਾਨ ਕੱਢ ਲਿਆ, ਬੋਰੀਆਂ ਵਿੱਚ ਪਾ ਲਿਆ, ਉਹਦੀ ਛਾਂਟੀ ਦੌਰਾਨ ਜਾਂ ਕਿਸੇ ਵੀ ਸਮੇਂ ਉਹਨਾਂ ਨੇ ਮਾਰਕਿੰਗ ਕੀਤੀ ਆ ਕੁਝ। ਦੇਖੋ ਪਹਿਲਾਂ ਤਾਂ ਉਹਦੀ ਜਿਲਦ ਤੇ ਲਿਖਿਆ, ਫਿਰ ਆ ਦੇਖੋ ਉਹ ਤੇ ਲਿਖਿਆ M ਫਾਰ ਮਿਲਟਰੀ, 1474 ਉਹਦਾ ਨੰਬਰ ਹੈ, 84 ਫਾਰ 1984। ਆ ਦੇਖੋ ਬਿਗ ਬੈਗ, ਜੇ ਬਿਗ ਬੈਗ ਦਾ ਨੰਬਰ ਹੈ ਖਾਲਸਾ ਜੀ ਤਾਂ ਸਮਾਲ ਬੈਗ ਵੀ ਹੋਏਗਾ, ਉਹਦਾ 20 ਨੰਬਰ ਹੋਏਗਾ। ਉਹ ਹੁਣ ਕਿੰਨੀਆਂ ਬੋਰੀਆਂ ਭਰੀਆਂ ਗਈਆਂ, ਕਿੰਨੇ ਬੈਗ ਭਰੇ ਗਏ, ਕਿੰਨੇ ਟਰੰਕ ਭਰੇ ਗਏ, ਮੈਨੂੰ ਨਹੀਂ ਪਤਾ। ਦੇਖੋ ਆਰਮੀ ਦੀ ਭਾਸ਼ਾ ਹੈ, ਉਹ ਟਰੰਕ ਨੂੰ ਵੀ ਬੈਗ ਕਹਿ ਸਕਦੀ ਹੈ, ਜਾਂ ਉਹਨਾਂ ਕੋਲ ਇੱਕ ਕਿੱਟ ਬੈਗ ਹੁੰਦਾ ਉਹਨੂੰ ਵੀ ਬੈਗ ਕਹਿ ਸਕਦੀ ਹੈ, ਬੋਰੀ ਨੂੰ ਵੀ ਬੈਗ ਕਹਿ ਸਕਦੀ ਹੈ। ਇਹਦੇ ਉਹੀ ਦੱਸ ਸਕਦੇ ਹੈ ਵੀ ਉਹਨਾਂ ਦੀ ਗਿਣਤੀ ਕਿੰਨੀ ਆ। ਦੇਖੋ ਤੁਹਾਨੂੰ ਪਤਾ ਹੈ, ਲੱਗਦਾ ਵਾ ਵੀ 1474 ਹੋ ਸਕਦਾ ਹੈ, ਇਹ 1474 ਬੋਰੀਆਂ ਹੋਣ, 1474 ਹੋ ਸਕਦਾ ਹੈ, ਕਿਉਂ 12600 ਕਿਤਾਬ ਨੂੰ ਚੁੱਕਣ ਲਈ ਕਿੰਨੇ ਸਮਾਨ ਦੀ ਲੋੜ ਪਈ, ਕਿੰਨੀਆਂ ਬੈਗਾਂ ਦੀ ਲੋੜ ਪਵੇਗੀ ਆਪਾਂ ਨੂੰ। ਉਹਨਾਂ ਦਾ ਚੁੱਕਣ ਦਾ ਮਕਸਦ ਕੀ ਹੈ? ਮਕਸਦ ਇਹ ਹੈ ਵੀ ਜਿਹੜੇ ਸਾਡੇ ਹੱਥ ਲਿਖਤ ਸਰੋਤ ਨੇ ਉਹਨਾਂ ਵਿੱਚ ਕੁਝ ਐਸੀਆਂ ਗੱਲਾਂ ਵਾੜਨਗੇ ਸਾਡੇ ਗੁਰੂ ਸਾਹਿਬਾਨ ਦੇ। ਹੁਣ ਵੀ ਹੋ ਰਿਹਾ, ਅੱਜ ਵੀ ਹੋ ਰਿਹਾ, ਕੋਈ ਕੁਝ ਕਹਿ ਰਿਹਾ, ਕੋਈ ਉਹ ਨਰਾਇਣ ਦਾਸ ਕੁਝ ਕਹਿ ਰਿਹਾ, ਹੋਰ ਕੋਈ ਕੁਝ ਕਹਿ ਰਿਹਾ ਵੀ ਇਹਨਾਂ ਦੀ ਬਾਣੀ ਵਿੱਚ ਆਹ ਲਿਖਿਆ, ਕਦੇ ਦਸਮ ਗ੍ਰੰਥ ਤੇ, ਕਦੇ ਗੁਰੂ ਗ੍ਰੰਥ ਸਾਹਿਬ ਤੇ, ਕਦੇ ਭਗਤਾਂ ਦੀ ਬਾਣੀ ਤੇ ਕਿੰਤੂ ਪਰੰਤੂ ਕਰ ਰਹੇ ਨੇ। ਉਹ ਜ਼ਰੂਰ ਸਾਡੇ ਜਿਹੜੇ ਹੱਥ ਲਿਖਤ ਨੇ, ਸਾਡੀਆਂ ਪੁਸਤਕਾਂ ਨੇ ਹੱਥ ਲਿਖਤ, ਉਹਨਾਂ ਦੇ ਵਿੱਚ ਜ਼ਰੂਰ ਕੁਝ ਐਸੇ ਉਹ ਫਿੱਟ ਕਰਨਗੇ, ਆਉਣ ਵਾਲੇ ਕੁਝ ਸਮੇਂ ਬਾਅਦ ਉਹ ਸਾਨੂੰ ਦੇ ਵੀ ਸਕਦੇ ਹੈ, ਪਰ ਦੇਣਗੇ ਉਦੋਂ ਜਦੋਂ ਉਹਨਾਂ ਵਿੱਚ ਰਲਗੱਡ ਹੋ ਗਿਆ, ਤਾਂ ਕਿ ਸਾਡਾ ਇਤਿਹਾਸ ਹੀ ਖਤਮ ਹੋ ਜਾਵੇ, ਸਾਡਾ ਇਤਿਹਾਸ ਹੀ ਜਿਹੜਾ ਉਹ ਖਰਾਬ ਹੋ ਜਾਵੇ। ਹਕੂਮਤਾਂ ਦੇ ਦਸਤੂਰ ਰਹੇ ਨੇ ਕਿ ਜਿਹੜੀਆਂ ਕੌਮਾਂ ਅਣਖ ਨਾਲ ਜੂਆਂ ਲੋਚਦੀਆਂ ਨੇ ਉਹਨਾਂ ਦੇ ਅਕੀਦੇ ਨਸ਼ਟ ਕਰ ਦਿਓ ਤੇ ਇਤਿਹਾਸ ਦੇ ਪੰਨਿਆਂ ਤੇ ਆਪਣੀ ਸੋਚ ਦਰਜ ਕਰ ਦਿਓ। ਉਹਨਾਂ ਦਾ ਚੁੱਕਣ ਦਾ ਮਕਸਦ ਕੀ ਹੈ? ਮਕਸਦ ਇਹ ਹੈ ਵੀ ਜਿਹੜੇ ਸਾਡੇ ਹੱਥ ਲਿਖਤ ਸਰੋਤ ਨੇ ਉਹਨਾਂ ਵਿੱਚ ਕੁਝ ਐਸੀਆਂ ਗੱਲਾਂ ਵਾੜਨਗੇ ਸਾਡੇ ਗੁਰੂ ਸਾਹਿਬਾਨ ਦੇ। ਹੁਣ ਵੀ ਹੋ ਰਿਹਾ, ਅੱਜ ਵੀ ਹੋ ਰਿਹਾ, ਕੋਈ ਕੁਝ ਕਹਿ ਰਿਹਾ, ਕੋਈ ਉਹ ਨਰਾਇਣ ਦਾਸ ਕੁਝ ਕਹਿ ਰਿਹਾ, ਹੋਰ ਕੋਈ ਕੁਝ ਕਹਿ ਰਿਹਾ ਵੀ ਇਹਨਾਂ ਦੀ ਬਾਣੀ ਵਿੱਚ ਆਹ ਲਿਖਿਆ, ਕਦੇ ਦਸਮ ਗ੍ਰੰਥ ਤੇ, ਕਦੇ ਗੁਰੂ ਗ੍ਰੰਥ ਸਾਹਿਬ ਤੇ, ਕਦੇ ਭਗਤਾਂ ਦੀ ਬਾਣੀ ਤੇ ਕਿੰਤੂ ਪਰੰਤੂ ਕਰ ਰਹੇ ਨੇ। ਉਹ ਜ਼ਰੂਰ ਸਾਡੇ ਜਿਹੜੇ ਹੱਥ ਲਿਖਤ ਨੇ, ਸਾਡੀਆਂ ਪੁਸਤਕਾਂ ਨੇ ਹੱਥ ਲਿਖਤ, ਉਹਨਾਂ ਦੇ ਵਿੱਚ ਜ਼ਰੂਰ ਕੁਝ ਐਸੇ ਉਹ ਫਿੱਟ ਕਰਨਗੇ, ਆਉਣ ਵਾਲੇ ਕੁਝ ਸਮੇਂ ਬਾਅਦ ਉਹ ਸਾਨੂੰ ਦੇ ਵੀ ਸਕਦੇ ਹੈ, ਪਰ ਦੇਣਗੇ ਉਦੋਂ ਜਦੋਂ ਉਹਨਾਂ ਵਿੱਚ ਰਲਗੱਡ ਹੋ ਗਿਆ, ਤਾਂ ਕਿ ਸਾਡਾ ਇਤਿਹਾਸ ਹੀ ਖਤਮ ਹੋ ਜਾਵੇ, ਸਾਡਾ ਇਤਿਹਾਸ ਹੀ ਜਿਹੜਾ ਉਹ ਖਰਾਬ ਹੋ ਜਾਵੇ। ਇਹ ਹੌਲੀ ਹੌਲੀ ਇਹ ਸਾਡੇ ਜਿਹੜੇ 10 ਗੁਰੂ ਸਾਹਿਬਾਨ ਹੋਏ ਨੇ ਪਵਿੱਤਰ, ਆਪਣੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ, ਇਹ ਇਹਨਾਂ ਤੇ ਕਿੰਤੂ ਪਰੰਤੂ ਕਰਕੇ ਸਾਡੇ ਮਨਾਂ 'ਚ ਇਹ ਪਾ ਰਹੇ ਨੇ ਵੀ ਇਹ ਅਸਲ ਚੀਜ਼ਾਂ ਨਹੀਂ ਹਨ, ਇਹ ਡੁਪਲੀਕੇਟ ਹੈ, ਜਿਵੇਂ ਹੁਣ ਅੱਜ ਵੀ ਰੌਲਾ ਪਾਇਆ ਜਾ ਰਿਹਾ ਹੈ। ਹਕੂਮਤ ਨੇ ਬੜੀ ਸੋਚੀ ਸਮਝੀ ਵਿਉਂਤਬੰਦੀ ਅਤੇ ਚਲਾਕੀ ਅਧੀਨ ਸਿੱਖ ਰੈਫਰੈਂਸ ਲਾਇਬ੍ਰੇਰੀ ਚੋਂ ਦੁਰਲੱਭ ਦਸਤਾਵੇਜ਼ਾਂ ਨੂੰ ਲੁੱਟਿਆ, ਜਿਨ੍ਹਾਂ ਦੀ ਪ੍ਰਾਪਤੀ ਮੁਸ਼ਕਿਲ ਹੀ ਨਹੀਂ ਸਿੱਖ ਕੌਮ ਲਈ ਨਾਮੁਮਕਿਨ ਵੀ ਹੈ। ਇੰਦਰਾ ਗਾਂਧੀ, ਜਨਰਲ ਵੈਦਿਆ, ਜਨਰਲ ਕੁਲਦੀਪ ਬਰਾੜ, ਰਣਜੀਤ ਦਿਆਲ, BD ਰਾਓ, ਸੁੰਦਰ ਜੀ, ਹੋਰ ਜਿੰਨੇ ਇਹਨਾਂ ਵਿੱਚ ਜਨਰਲ ਕਰਨਲ ਅਫਸਰ ਹੈ ਸਨ, ਇਹਨਾਂ ਨੂੰ ਵੀ ਸਿੱਖ ਪੰਥ ਹੈ ਜਿਹੜਾ ਲਟੇਰੇ ਤਸਵਰ ਕਰੇ। ਜਿਵੇਂ ਉਹਨਾਂ ਨੇ ਹਿੰਦੂ ਕੌਮ ਅੱਜ ਤੱਕ ਮਹਿਮੂਦ ਗਜ਼ਨਵੀ ਅਤੇ ਮੁਹੰਮਦ ਗੌਰੀ ਨੂੰ ਲਟੇਰੇ ਕਹਿੰਦੇ, ਉਹ ਲਟੇਰੇ ਸੀ, ਸਾਡੇ ਮੰਦਰ ਨੂੰ ਉਹ ਲੁੱਟ ਕੇ ਲੈ ਜਾਂਦੇ ਰਹੇ। ਇਹਨਾਂ ਨੇ ਵੀ ਸਿੱਖ ਰੈਫਰੈਂਸ ਲਾਇਬ੍ਰੇਰੀ ਲੁੱਟੀ, ਤੋਸ਼ਾਖਾਨਾ ਲੁੱਟਿਆ,
ਤੇ ਆਪਣੇ ਜਿਹੜਾ ਸੀ ਅਜਾਇਬ ਘਰ ਵਾਲਾ ਪਾਸਾ ਉਹ ਵੀ ਲੁੱਟਿਆ। ਅਸੀਂ ਵੀ, ਮੇਰੀ ਵੀ ਬੇਨਤੀ ਹੈ ਵੀ ਸਿੱਖ ਕੌਮ ਨੂੰ ਬੇਨਤੀ ਹੈ ਵੀ ਇਹਨਾਂ ਸਾਰਿਆਂ ਨੂੰ ਲਟੇਰੇ ਸਬਰ ਕਰੇ।